जिस परमेश्वर ने अपने फजल और दया नाल सानू भरिया है। हालेलुया हालेलुया। ऐसी छोटी प्रार्थना कर भाई काबला जबूर 42 और दूसरी आई पढ़ांगे इसके वचन विचों। जीवते ईश्वर हाँ परमेश्वर का मैं प्यासा हूँ। रुको रुको पढ़ा पढ़ा हाँ 42 मेरा जी परमेश्वर दे लई मेरा जी परमेश्वर दे लई जिਉਂਦੇ परमेश्वर दे लई ते आया है जिਉਂਦੇ परमेश्वर दे लई हाँ ते आया है। मैं कदों जावां मैं कदों जावां ਅਤੇ परमेश्वर ਦੇ सन्मुख हाजिर होवां। हाँ जी हुण पढ़ो हिंदी च भी जीवते ईश्वर जीवते ईश्वर हाँ परमेश्वर हाँ। का मैं प्यासा हूँ। जीवते ईश्वर का परमेश्वर का मैं क्या हूँ प्यासा हूँ। कब जाकर हाँ। परमेश्वर का अपना मुँह दिखाऊंगा। हालेलुया। ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਆਪਣੇ ਪੂਰੇ ਦਿਲ ਨਾਲ ਖੁਦਾ ਨੂੰ ਢੂੰਡੋ। ਆਪਣੇ ਪੂਰੇ ਦਿਲ ਦੇ ਨਾਲ ਖੁਦਾ ਨੂੰ ਕਰਨਾ ਜੀ ਢੂੰਡਣਾ। ਹਾਲੇਲੂਇਆ। ਆਪਣਾ ਸਭ ਕੁਝ ਤਿਆਗ ਕੇ ਖੁਦਾ ਨੂੰ ਕਰੋ ਢੂੰਡੋ। ਜਾਂ ਅਸੀਂ ਕਹਿ ਸਕਦੇ ਹਾਂ ਆਪਣੇ ਪੂਰੇ ਵਿਸ਼ਵਾਸ ਨਾਲ ਖੁਦਾ ਨੂੰ ਲੱਭੋ। ਹਾਲੇਲੂਇਆ। ਸੋ ਪਿਆਰੇ ਭੈਣ ਭਾਈਓ ਬਾਈਬਲ 'ਚ ਲਿਖਿਆ ਪਰਮੇਸ਼ਵਰ ਦਾ ਦਾਸ ਜ਼ਬੂਰ ਲਿਖਣ ਵਾਲਾ ਪ੍ਰਭੂ ਦਾ ਦਾਸ ਇਸ ਜ਼ਬੂਰ ਵਿੱਚ ਕਹਿੰਦਾ ਏ ਜੀਵਤੇ ਪਰਮੇਸ਼ਵਰ ਦਾ ਮੈਂ ਪਿਆਸਾ ਹਾਂ। ਹਾਲੇਲੂਇਆ। ਕਿਹੜੇ ਪਰਮੇਸ਼ਵਰ ਦਾ ਪਿਆਸਾ ਹੂੰ ਸਿੱਧੇ ਖੁਦਾ ਦਾ। ਪੰਜਾਬੀ 'ਚ ਪੜਾਂਗੇ ਕਿ ਫੇਰ ਕੀ ਲਿਖਿਆ ਹੈ मेरा जी परमेश्वर दे लई हाँ। जिਉਂਦੇ परमेश्वर दे लई ते आया है। हालेलुया। मेरा जी परमेश्वर दे लई सगो जिਉਂਦੇ परमेश्वर लिखेगा जी ते आया है। ते आया है। मैं कदों जावां मैं कदों जावां ਅਤੇ परमेश्वर ਦੇ सन्मुख हाजिर होवां। हालेलुया। मैं कदों जावां ਅਤੇ परमेश्वर ਦੇ ਸਾਹਮਣੇ ਕਿਉਂ ਹੋਵਾਂ ਮੈਂ ਹਾਜ਼ਰ ਹੋਵਾਂ। ਹਾਲੇਲੁया। एक अंदर ਉਹਦੇ ਪਿਆਸ ਹੈ एक अंदर ਉਹਦੇ ਦਿਲੋਂ ਅੰਦਰ एक तड़फ है कि मैं परमेश्वर के कोल कदों जावां ते ਉਹਦੇ ਸਨਮੁਖ ਕਿਵੇਂ ਹੋਵਾਂ ਹਾਜ਼ਰ ਹੋਵਾਂ। ਪਿਆਰੇ ਭੈਣ ਭਾਈਓ ਜਦ ਅਸੀਂ ਖੁਦਾ ਦੀ ਦੂਰੀ ਚਾਹੁੰਦੇ ਹਾਂ ਸਾਨੂੰ ਇੱਕ ਪਿਆਸ ਹੋਣੀ ਚਾਹੀਦੀ ਆ। ਅੱਜ ਮੈਂ ਜਾ ਰਿਹਾ ਵਾਂ ਖੁਦਾ ਦੇ ਘਰ ਵਿੱਚ ਜਦ ਮੈਂ ਪਰਮੇਸ਼ਵਰ ਨੂੰ ਵੇਖਾਂ ਪ੍ਰਭੂ ਦੇ ਦਰਸ਼ਨ ਨੂੰ ਪਾਵਾਂ ਅਤੇ ਮੈਂ ਆਸ਼ੀਸ਼ ਨੂੰ ਲੈ ਕੇ ਆਵਾਂ। ਅੱਜ ਮੈਂ ਜਾ ਰਹੀ ਹਾਂ ਮੈਂ ਛੁਟਕਾਰਾ ਪਾ ਕੇ ਆਵਾਂ। ਅੱਜ ਮੈਂ ਜਾ ਰਿਹਾ ਹਾਂ ਖੁਦਾ ਮੈਨੂੰ ਕਈ ਤਰ੍ਹਾਂ ਦੇ ਬੰਧਨਾਂ ਤੋਂ ਅੱਜ ਕੀ ਕਰੇ ਆਜ਼ਾਦ ਕਰੇ। ਹਾਲੇਲੂਇਆ। ਇਸ ਤਰ੍ਹਾਂ ਇੱਕ ਪਿਆਸ ਲੈ ਕੇ ਜਿਹੜਾ ਇਨਸਾਨ ਆਉਂਦਾ ਹੈ ਪਰਮੇਸ਼ਵਰ ਉਹਨੂੰ ਆਪ ਆਵਾਜ਼ ਮਾਰਦਾ ਹੈ ਕਿ ਮੈਂ ਤੇਰੇ ਘਰ ਹੀ ਜਾਣਾ ਹੈ। ਹਾਲੇਲੂਇਆ। ਅਸੀਂ ਬਾਈਬਲ ਵਿੱਚ ਅੱਜ 5 ਉਦਾਹਰਨਾਂ ਦੇਖਾਂਗੇ। ਪਹਿਲੀ ਉਦਾਹਰਨ ਹੈ ਪੜੋ ਵਚਨ ਵਿੱਚੋਂ ਲੂਕਾ ਦੀ ਇੰਜੀਲ 19 ਅਧਿਆਏ 3 ਆਇਤ ਨੂੰ ਪੜਾਂਗੇ ਸੀ। ਲੂਕਾ ਦੀ ਇੰਜੀਲ 19 ਅਧਿਆਏ 3 ਆਇਤ। ਅਤੇ ਉਸਨੇ ਯੀਸ਼ੂ ਨੂੰ ਵੇਖਣ ਦਾ ਯਤਨ ਕੀਤਾ ਹਾਂ। ਭਈ ਉਹ ਕੌਣ ਹੈ। ਆਮੀਨ ਹਾਲੇਲੂਇਆ। ਚੱਕੀ ਜਿਹੜਾ ਸੀ ਯੀਸ਼ੂ ਮਸੀਹ ਨੂੰ ਵੇਖਣ ਦਾ ਕੀ ਕਰ ਰਿਹਾ ਸੀ ਉਹ ਪਿਆਸਾ ਸੀ ਪ੍ਰਭੂ ਦੇ ਲਈ ਕਿ ਪ੍ਰਭੂ ਨੂੰ ਮੈਂ ਕਿਹੜੇ ਵੇਲੇ ਵੇਖਾਂ। ਯੀਸ਼ੂ ਕਿਸ ਤਰ੍ਹਾਂ ਦਾ ਹੈ ਯੀਸ਼ੂ ਦਾ ਚਿਹਰਾ ਕਿਸ ਤਰ੍ਹਾਂ ਦਾ ਹੈ ਯੀਸ਼ੂ ਦਾ ਲਿਬਾਸ ਕਿਸ ਤਰ੍ਹਾਂ ਦਾ ਹੈ ਯੀਸ਼ੂ ਮਸੀਹ ਦੇ ਕੰਮ ਕਿੱਦਾਂ ਦੇ ਨੇ ਯੀਸ਼ੂ ਮਸੀਹ ਦੇਖਣ 'ਚ ਕਿਸ ਤਰ੍ਹਾਂ ਦਾ ਲੱਗਦਾ ਹੈ। ਇਹ ਸਭ ਦੇਖਣ ਦੇ ਲਈ ਚੱਕਾ ਹੀ ਜਿਹੜਾ ਸੀ ਉਹ ਪਿਆਸਾ ਸੀ ਖੁਦਾ ਦੇ ਲਈ। ਲੇਕਿਨ ਵਚਨ ਵਿੱਚ ਲਿਖਿਆ 3 ਫਿਰ ਤੋਂ ਪੜੋ ਕੀ ਲਿਖਿਆ ਅਤੇ ਉਸਨੇ ਯੀਸ਼ੂ ਨੂੰ ਵੇਖਣ ਦਾ ਯਤਨ ਕੀਤਾ ਯੀਸ਼ੂ ਮਸੀਹ ਨੂੰ ਵੇਖਣ ਦਾ ਯਤਨ ਕੀਤਾ ਭਈ ਉਹ ਕੌਣ ਹੈ। ਭਈ ਉਹ ਕੌਣ ਹੈ। ਪਰ ਭੀੜ ਦੇ ਕਾਰਨ ਵੇਖ ਨਾ ਸਕਿਆ। ਹਾਲੇਲੂਇਆ। ਹਾਲੇਲੂਇਆ। ਯੀਸ਼ੂ ਮਸੀਹ ਨੂੰ ਦੇਖਣਾ ਚਾਹੁੰਦਾ ਸੀ ਪਰ ਜੱਕੀ ਨੂੰ ਯੀਸ਼ੂ ਮਸੀਹ ਨੂੰ ਵੇਖਣ ਦੀਆਂ 3 ਪਰੇਸ਼ਾਨੀਆਂ ਸੀ। 3 ਪਰੇਸ਼ਾਨੀਆਂ ਸੀ ਜੱਕੀ ਨੂੰ ਯੀਸ਼ੂ ਮਸੀਹ ਨੂੰ ਵੇਖਣ ਦੀਆਂ। ਉਹਦੀ ਪਹਿਲੀ ਪਰੇਸ਼ਾਨੀ ਸੀ ਭੀੜ। ਭੀੜ ਵਿੱਚ ਉਹ ਖਲੋ ਨਹੀਂ ਸਕਦਾ ਸੀ ਕਿਉਂਕਿ ਭੀੜ ਜੱਕੀ ਨੂੰ ਪਸੰਦ ਕਰਦੀ ਨਹੀਂ ਸੀ। ਹਾਲੇਲੂਇਆ। ਭੀੜ ਵਿੱਚ ਤੇ ਕਦੀ ਵੀ ਨਹੀਂ ਆ ਸਕਦਾ ਸੀ ਕਿਉਂਕਿ ਭੀੜ ਸਾਰੇ ਉਹ ਤੋਂ ਨਫ਼ਰਤ ਕਰਦੇ ਸੀ। ਜੱਕੀ ਇੱਕ ਮਸੂਲੀਆ ਸੀ ਮਸੂਲੀਆ ਦਾ ਸਰਦਾਰ ਸੀ ਔਰ ਉਹ ਮਸੂਲੀਆਂ ਦਾ ਵੱਡਾ ਪ੍ਰਧਾਨ ਸੀ ਜਿਹੜੇ ਚੁੰਗੀ ਲੈਂਦੇ ਨੇ। ਇਸ ਕਰਕੇ ਭੀੜ ਉਹਨੂੰ ਪਸੰਦ ਕਰਦੀ ਨਹੀਂ ਸੀ। ਹਾਲੇਲੂਇਆ। ਸੋ ਦੂਸਰੀ ਉਹਦੀ ਪਰੇਸ਼ਾਨੀ ਸੀ ਛੋਟਾ ਕੱਦ। ਉਹ ਕਾਹਦਾ ਕਹੇਗਾ ਸੀ ਭੀੜ ਵਿੱਚ ਪਿੱਛੇ ਜਾ ਕੇ ਵੀ ਲੋਕਾਂ ਵਿੱਚ ਵੀ ਦੇਖ ਸਕਦਾ ਨਹੀਂ ਸੀ। ਹਾਲੇਲੂਇਆ। ਫਿਰ ਵੀ ਉਹਨੂੰ ਪਿਆਸ ਹੈ ਕੱਦ ਛੋਟਾ ਹੈ ਵੱਡੀ ਭੀੜ ਹੈ ਫਿਰ ਵੀ ਉਹਨੂੰ ਕੀ ਗਿਆ ਜੀ ਪਿਆਸ ਹੈ ਕਿ ਮੈਂ ਯੀਸ਼ੂ ਮਸੀਹ ਨੂੰ ਕੀ ਕਰਨਾ ਹੈ ਜੀ ਦੇਖਣਾ ਹੈ। ਤੀਸਰੀ ਪਰੇਸ਼ਾਨੀ ਉਹਦੀ ਸੀ ਬਦਨਾਮ। ਉਹ ਲੋਕਾਂ ਵਿੱਚ ਕਹੇਗਾ ਸੀ ਉਹਨੂੰ ਸਾਰੇ ਪਾਪੀ ਕਹਿ ਕੇ ਪੁਕਾਰਦੇ ਚੱਕੀ ਤੇ ਕੋਈ ਕਹਿੰਦਾ ਵੀ ਨਹੀਂ ਸੀ। ਹਾਲੇਲੂਇਆ। ਉਹਨੂੰ ਪਾਪੀ ਕਹਿੰਦੇ ਸੀ ਚੱਕੀ ਕਹੇਗਾ ਜੇ ਪਾਪੀ ਬੰਦਾ ਹੈ। ਜਦੋਂ ਵੇਖੋ ਅੱਗੇ ਲਿਖਿਆ ਨਾ ਵਚਨ 'ਚ ਜਦੋਂ ਯੀਸ਼ੂ ਮਸੀਹ ਦੇ ਘਰ ਚਲੇ ਗਿਆ ਤੇ ਲੋਕੀ ਕਹਿੰਦੇ ਵੇਖੋ ਯੀਸ਼ੂ ਮਸੀਹ ਕਿਹਦੇ ਘਰ ਚਲੇ ਗਿਆ ਜੇ
ਚੱਕੀ ਨੇ ਕਿਹਾ ਚੱਕੀ ਦੇ ਘਰ ਚਲਿਆ। ਕੀ ਲਿਖਿਆ ਜੀ? ਪਾਪੀ ਮਨੁੱਖ ਦੇ ਘਰ ਕੀ ਹੋ ਗਿਆ ਇਹ ਚਲੇਗਾ। ਤੀਜੀ ਪਰੇਸ਼ਾਨੀ ਸੀ ਉਹਦੀ ਬਦਨਾਮੀ, ਲੋਕਾਂ ਵਿੱਚ ਬਦਨਾਮ ਸੀ। ਲੇਕਿਨ ਪਿਆਰੇ ਭੈਣ ਭਾਈਓ, ਇਹ ਵਚਨ ਸਾਨੂੰ ਅੱਜ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਇਹ ਬੰਦਾ ਫਿਰ ਵੀ ਖੁਦਾ ਦੇ ਲਈ ਕਿੰਨਾ ਪਿਆਸਾ ਸੀ। ਹਾਲੇਲੂਇਆ। ਅੱਜ ਹੋ ਸਕਦਾ ਹੈ ਸਾਡਾ ਛੋਟਾ ਕੱਦ ਔਰ ਸਾਨੂੰ ਭੀੜ, ਸਾਨੂੰ ਬਦਨਾਮੀ ਖੁਦਾ ਨੂੰ ਵੇਖਣ ਵਿੱਚ ਬਹੁਤ ਸਾਰਾ ਮਜਬੂਰ ਕਰਦੀ ਹੋਵੇ, ਪਰ ਲੇਕਿਨ ਸਾਨੂੰ ਫਿਰ ਵੀ ਖੁਦਾ ਦੀ ਹੋਣੀ ਚਾਹੀਦੀ ਹੈ ਜੀ, ਪਿਆਸ ਹੋਣੀ ਚਾਹੀਦੀ ਹੈ। ਹਾਲੇਲੂਇਆ। ਸਾਡੀ ਘੱਟ ਐਜੂਕੇਸ਼ਨ, ਘੱਟ ਪੜ੍ਹਾਈ, ਛੋਟਾ ਕੱਦ ਔਰ ਗਰੀਬੀ ਔਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਖੁਦਾ ਦੀ ਮਦਦ ਨਾਲ ਚਾਹੁੰਦੇ ਆ, ਪਰ ਸਾਨੂੰ ਮਦਦ ਦਿੰਦੀਆਂ ਨਹੀਂ ਆ। ਅਸੀਂ ਖੁਦਾ ਵਿੱਚ ਅੱਗੇ ਜਾਣਾ ਚਾਹੁੰਦੇ ਆ, ਲੇਕਿਨ ਜਾ ਨਹੀਂ ਸਕਦੇ। ਕਈ ਗੱਲਾਂ ਸਾਡੀਆਂ ਪਰੇਸ਼ਾਨੀਆਂ ਹੁੰਦੀਆਂ ਨੇ, ਲੇਕਿਨ ਜੱਕੀ ਦੀਆਂ ਪਰੇਸ਼ਾਨੀਆਂ ਜੋ ਸੀ, ਉਹਨੇ ਪਰੇਸ਼ਾਨੀਆਂ ਵੱਲ ਧਿਆਨ ਦਿੱਤਾ, ਉਹਨੇ ਸਿਰਫ ਖੁਦਾ ਵੱਲ ਕੀਤਾ ਜੀ। ਉਹਦੇ ਵਿੱਚੋਂ ਹੀ ਇੱਕ ਉਹਨੇ ਹੱਲ ਕੱਢਿਆ ਕਿ ਮੈਂ ਖੁਦਾ ਨੂੰ ਕਿਵੇਂ ਦੇਖ ਸਕਦਾ। ਹਾਲੇਲੂਇਆ। ਬਾਈਬਲ 'ਚ ਲਿਖਿਆ ਇੱਕ ਰੁੱਖ ਤੇ ਕੀ ਹੋ ਗਿਆ ਜੀ? ਉਹ ਚੜ ਗਿਆ। ਕਿਉਂ ਚੜਿਆ ਰੁੱਖ ਤੇ? ਕਿਉਂ ਚੜਿਆ ਜੀ ਰੁੱਖ ਤੇ? ਕਿਉਂਕਿ ਯਿਸੂ ਮਸੀਹ ਨੂੰ ਵੇਖਣ ਦੇ ਲਈ ਇੱਕ ਪਿਆਸ ਸੀ ਕਿ ਮੈਂ ਖੁਦਾ ਨੂੰ ਕੀ ਕਰਨਾ ਜੀ, ਚੁਣੇ ਖੁਦਾ ਨੂੰ ਮੈਂ ਕੀ ਕਰਨਾ ਜੀ, ਦੇਖਣਾ ਹੈ। ਹਾਲੇਲੂਇਆ। ਮੈਂ ਕਹਿੰਦਾ ਜੇ ਤੁਹਾਡੇ ਜੀਵਨ 'ਚ ਵੀ ਐਸੀ ਪਿਆਸ ਹੋਵੇ ਤੇ ਖੁਦਾ ਤੁਹਾਡੇ ਨਾਲ ਆਪ ਗੱਲਾਂ ਕਰੇਗਾ, ਖੁਦਾ ਤੁਹਾਨੂੰ ਆਪ ਦਰਸ਼ਨ ਦੇਵੇਗਾ। ਖੁਦਾ ਕਹੇਗਾ ਅੱਜ ਮੈਂ ਤੇਰੇ ਘਰ ਹੀ ਜਾਣਾ ਹੈ। ਹਾਲੇਲੂਇਆ। ਲੇਕਿਨ ਅਸੀਂ ਉਨੀ ਪਿਆਸ ਨਹੀਂ ਰੱਖਦੇ ਜਿੰਨੀ ਲੋਕਾਂ ਦੀ ਪਰਵਾਹ ਕਰਦੇ ਆ। ਮੈਂ ਚਰਚ ਚੱਲਿਆ, ਕਿਤੇ ਲੋਕੀ ਮੈਨੂੰ ਵੇਖ ਨਾ ਲੈਣ ਵੀ ਇਹ ਵੀ ਬੰਦਾ ਕੀ ਬਣ ਗਿਆ ਜੀ, ਮਸੀਹ ਬਣ ਗਿਆ, ਇਹਨੇ ਵੀ ਆਪਣਾ ਧਰਮ ਬਦਲਿਆ। ਨੇੜੇ ਚਰਚ ਨਹੀਂ ਜਾਣਾ, ਦੂਰ ਜਾਂਦੇ ਆ ਜਿੱਥੇ ਕਿਸੇ ਨੂੰ ਕੋਈ ਪਤਾ। ਕਿੰਨੇ ਲੋਕ ਅਸੀਂ ਡਰਦੇ ਆ। ਹਾਲੇਲੂਇਆ। ਕਿੰਨੇ ਲੋਕ ਅਸੀਂ ਡਰਦੇ ਆ। ਲੇਕਿਨ ਪਿਆਰੇ ਭੈਣ ਭਾਈਓ, ਵਚਨ ਵਿੱਚ ਲਿਖਿਆ ਜੱਕੀ ਬਦਨਾਮ ਸੀ, ਜੱਕੀ ਦਾ ਛੋਟਾ ਕੱਦ ਸੀ ਔਰ ਜੱਕੀ ਦੇ ਕੋਲ ਬਹੁਤ ਸਾਰੀਆਂ ਪਰੇਸ਼ਾਨੀਆਂ ਸੀ, ਲੇਕਿਨ ਫਿਰ ਵੀ ਖੁਦਾ ਨੂੰ ਵੇਖਣ ਦਾ ਉਹਨੇ ਇੱਕ ਯਤਨ ਕੀਤਾ। ਹਾਲੇਲੂਇਆ। ਖੁਦਾ ਨੂੰ ਵੇਖਣ ਦਾ ਇੱਕ ਪਿਆਸਾ ਸੀ। ਐਸੀ ਪਿਆਸ ਸਾਡੇ ਜੀਵਨ 'ਚ ਹੋਣੀ ਚਾਹੀਦੀ ਹੈ। ਜ਼ਬੂਰ 42 ਦੀ ਦੂਸਰੀ ਅੱਧ 'ਚ ਕੀ ਲਿਖਿਆ ਹੈ? ਮੇਰਾ ਜੀ ਜਿਉਂਦੇ ਪਰਮੇਸ਼ਵਰ ਲਿਖੇਗਾ ਜੀ, ਪਿਆਸਾ ਹੈ। ਹਾਲੇਲੂਇਆ। ਮੇਰਾ ਜੀ ਜਿਉਂਦੇ ਖੁਦਾ ਲਿਖੇਗਾ ਜੀ, ਪਿਆਸਾ ਹੈ। ਕਈ ਵਾਰ ਲੋਕਾਂ ਨੇ ਨਾ ਚਰਚ ਨਹੀਂ ਆਏ, ਛੋਟੀਆਂ ਛੋਟੀਆਂ ਗੱਲਾਂ ਦਾ ਲੋਕੀ ਨਾ ਚਰਚ ਦੇ ਮਿਸ ਕਰ ਜਾਂਦੇ ਆ। ਚਰਚ ਮਿਸ ਕਰ ਜਾਂਦੇ ਕਈ ਲੋਕ, ਛੋਟੀਆਂ ਛੋਟੀਆਂ ਗੱਲਾਂ। ਭੈਣ ਜੀ ਪਿਛਲੇ ਚਰਚ ਨਹੀਂ ਆਏ, ਪਾਸਟਰ ਜੀ ਮੇਰੇ ਕੋਲ ਇੱਕੋ ਸੂਟ ਹੈ, 4 ਵਾਰੀ ਪਾ ਲਿਆ, ਹੁਣ ਮੇਰੇ ਕੋਲ ਹਲੇ ਨਵਾਂ ਸੂਟ ਰਹੇਗਾ, ਇਸ ਲਈ ਮੈਂ ਚਰਚ ਵਿੱਚ ਨਹੀਂ ਆਈ। ਮੈਂ ਕਹਿੰਦਾ ਵਾਈਟ ਸੂਟ ਸਵਾਓ, ਹਰ ਹਫ਼ਤੇ ਪਾ ਕੇ ਆ ਕਰੋ, ਕਿਸੇ ਨੂੰ ਪਤਾ ਨਹੀਂ ਲੱਗਣਾ ਪੁਰਾਣਾ ਵਾ ਕੇ। ਹਾਲੇਲੂਇਆ। ਚਿੱਟਾ ਸੂਟ ਪਾਓ, ਹਰ ਹਫ਼ਤੇ ਕੀ ਕਰੀ ਜਾਓ ਜੀ, ਪਾਈ ਜਾਓ, ਕਿਸੇ ਨੂੰ ਕੋਈ ਪਰਵਾਹ ਨਹੀਂ, ਕੋਈ ਤੁਹਾਡੇ ਵੱਲ ਵੇਖੇਗਾ ਵੀ ਨਹੀਂ, ਕੋਈ ਕਦੀ ਵੀ ਨਹੀਂ ਕਰੇਗਾ ਐਸ ਹਫ਼ਤੇ ਉਹ ਪਾਇਆ ਤੇ ਉਸ ਹਫ਼ਤੇ। ਛੋਟੀਆਂ ਛੋਟੀਆਂ ਪਰੇਸ਼ਾਨੀਆਂ ਨੂੰ ਰੱਬ ਤੋਂ ਲੋਕੀ ਕੀ ਕਰ ਦਿੰਦੇ ਆ ਜੀ, ਦੂਰ ਕਰੀ ਜਾ ਰਹੇ। ਹਾਲੇਲੂਇਆ। ਹਨਾ ਹਜ਼ਾਰਾਂ ਰੁਪਏ ਖਰਚਣ ਦੀ ਲੋੜ ਨਹੀਂ ਹੈ। ਗਰਮੀ ਆ ਰਹੀ, ਕਾਟਨ ਦੇ 2 ਸੂਟ ਸਵਾਓ, ਤੁਹਾਡਾ ਚਰਚ ਦੇ ਆਰਾਮ ਨਾਲ ਕਰਨੇ ਹੋਣੇ ਜੀ ਪਾਸੇ। ਹਾਲੇਲੂਇਆ। ਹਨਾ ਇਹ ਛੋਟੀਆਂ ਛੋਟੀਆਂ ਗੱਲਾਂ ਵੀ ਕਈ ਵਾਰੀ ਅਸੀਂ ਜੀਵਨ ਚੋਂ ਰੱਬ ਦੂਰ ਕਰ ਲੈਂਦੇ ਆ। ਔਰ ਪਿਆਰੇ ਭੈਣ ਭਾਈਓ, ਲੇਕਿਨ ਜੱਕੀ ਬਦਨਾਮ ਸੀ, ਜੱਕੀ ਛੋਟਾ ਕੱਦ ਸੀ, ਜੱਕੀ ਨੂੰ ਭੀੜ ਵੇਖਣ ਲੱਗੀ ਸੀ, ਪਰ ਫਿਰ ਵੀ ਖੁਦਾ ਨੂੰ ਵੇਖਣ ਦਾ ਕਿਹਾ ਸੀ, ਉਹ ਪਿਆਸਾ ਸੀ। ਹਾਲੇਲੂਇਆ। ਸਾਡੇ ਅੰਦਰ ਦੀ ਪਿਆਸ ਭਾਵੇਂ ਹੋਵੇ, ਚਾਹੇ ਹਾਲਾਤ ਕਿਤਨਾ ਦੇ ਵੀ ਕਿਉਂ ਨਾ ਹੋਣਾ, ਉਹ ਪਿਆਸ ਸਾਨੂੰ ਖੁਦਾ ਵੱਲ ਖਿੱਚ ਕੇ ਕੀ ਆ ਜੀ, ਲੈ ਕੇ ਆਉਂਦੀ ਹੈ। ਉਹ ਪਿਆਸ ਸਾਡੇ ਹਾਲਾਤਾਂ ਨੂੰ ਫਿਰ ਕੀ ਕਰਦੀ ਹੈ ਜੀ, ਉਹ ਬਦਲਦੀ ਆ। ਹਾਲੇਲੂਇਆ। ਜੱਕੀ ਦੇ ਹਾਲਾਤ ਐਵੇਂ ਨਹੀਂ ਬਦਲ ਗਏ, ਜੱਕੀ ਦੇ ਪਾਪ ਮਾਫ ਐਵੇਂ ਨਹੀਂ ਹੋ ਗਏ, ਜੱਕੀ ਦੇ ਹਾਲਾਤ ਜ਼ਿੰਦਗੀ ਵਿੱਚ ਉਹਨੂੰ ਆਨੰਦ ਐਵੇਂ ਨਹੀਂ ਆਇਆ। ਇਸ ਲਈ ਆਇਆ ਕਿਉਂਕਿ ਜੱਕੀ ਨੇ ਯਿਸੂ ਮਸੀਹ ਨੂੰ ਵੇਖਣ ਦਾ ਕੀ ਕੀਤਾ ਜੀ, ਯਤਨ ਕੀਤਾ। ਜਿਸ ਪੇੜ ਤੇ ਚੜਿਆ ਸੀ, ਲੁਕਿਆ ਸੀ, ਉਸ ਰਸਤੇ 'ਤੇ ਯਿਸੂ ਮਸੀਹ ਆ ਕੇ ਕਹਿੰਦਾ ਜੱਕੀ ਥੱਲੇ ਆ। ਜੱਕੀ ਦਾ ਨਾਮ ਕਿਹਨੇ ਲਿਆ ਜੀ? ਕਿਹਨੇ ਲਿਆ? ਯਿਸੂ ਹੀ ਤੁਹਾਡਾ ਨਾਮ ਲਏਗਾ। ਚਾਹੇ ਲੋਕੀ ਤੁਹਾਨੂੰ ਪਾਪੀ ਕਹਿਣ, ਬੁਰਾ ਕਹਿਣ, ਨਿਕੰਮਾ ਕਹਿਣ ਔਰ ਬਹੁਤ ਸਾਰਾ ਪਵੇ ਤੁਹਾਨੂੰ ਬਦਨਾਮ ਕਰਨਾ, ਲੇਕਿਨ ਯਿਸੂ ਤੁਹਾਡਾ ਨਾਮ ਲੈ ਕੇ ਤੁਹਾਨੂੰ ਕਰੇਗਾ ਜੀ। ਜੇ ਤੁਹਾਨੂੰ ਪਿਆਸ ਹੈ ਤੇ ਖੁਦਾ ਤੁਹਾਨੂੰ ਇੱਜ਼ਤ ਨਾਲ ਪੁਕਾਰੇਗਾ। ਹਾਲੇਲੂਇਆ। ਜੇ ਖੁਦਾ ਨੂੰ ਵੇਖਣ ਦੀ ਤੁਹਾਡੀ ਪਿਆਸ ਹੈ ਤੇ ਖੁਦਾ ਤੁਹਾਨੂੰ ਪਿਆਰ ਨਾਲ ਬੁਲਾਵੇਗਾ, ਚਾਹੇ ਤੁਹਾਡੇ ਹਾਲਾਤ ਕਿਤਨਾ ਵੀ ਕਿਉਂ ਨਾ ਹੋਣ, ਲੇਕਿਨ ਖੁਦਾ ਤੁਹਾਡੇ ਘਰ ਆਏਗਾ, ਤੁਹਾਡੀ ਜ਼ਿੰਦਗੀ ਨੂੰ ਬਦਲੇਗਾ। ਹਾਲੇਲੂਇਆ। ਤੁਹਾਡੀ ਜ਼ਿੰਦਗੀ ਨੂੰ ਬਦਲੇਗਾ। ਕਿ ਜੱਕੀ ਅੱਗੇ ਪੜੋ ਤੇ ਲਿਖਿਆ ਹੈ 19 ਦੇ ਵਿੱਚ, ਕਿਉਂ ਜੋ ਕੱਦ ਦਾ ਪਤਲਾ ਸੀ, ਹਾਂ। ਸੋ ਅੱਗੇ ਦੌੜ ਕੇ ਹਾਂ। ਇੱਕ ਗੁਜ਼ਰ ਦੇ ਦ੍ਰਿਸ਼ ਉੱਤੇ ਚੜ ਹਾਂ। ਗਿਆ, ਭਈ ਉਸ ਨੂੰ ਦੇਖੇ। ਹਾਂ। ਕਿਉਂ ਜੋ ਉਸਨੇ ਉਸੇ ਰਸਤੇ ਲੰਘਣਾ ਸੀ, ਪਰ ਯਿਸੂ ਜਾ ਉਸ ਥਾਂ ਆਇਆ, ਯਿਸੂ ਮਸੀਹ ਉਸ ਥਾਂ ਤੇ ਆਇਆ ਤਾਂ ਨਜ਼ਰ ਮਾਰ ਕੇ ਪਤਾ ਨਜ਼ਰ ਮਾਰੀ, ਉਹਨੂੰ ਆਖਿਆ, ਉੱਪਰ ਪੇੜ ਵੱਲ ਨਜ਼ਰ ਮਾਰੀ ਅਤੇ ਉਸ ਨੂੰ ਆਖਿਆ, ਇਹ ਜੱਕੀ ਛੇਤੀ ਨਾਲ ਉਤਰ ਆ, ਛੇਤੀ ਨਾਲ ਉਤਰ ਆਓ, ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ। ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ। ਤਾਂ ਉਹ ਛੇਤੀ ਉਤਰ ਆਇਆ ਹਾਂ। ਅਤੇ ਖੁਸ਼ੀ ਨਾਲ ਉਹਦਾ ਆਦਰ ਭਾਵ ਕੀਤਾ। ਹਾਲੇਲੂਇਆ। ਯਿਸੂ ਮਸੀਹ ਖੁਸ਼ੀ ਖੁਸ਼ੀ ਕੀ ਕੀਤਾ ਜੀ,
ਆਦਰ ਭਾਉ ਕੀਤਾ ਤੇ ਸਾਰੇ ਅੱਗੇ ਪੜੋ ਵਚਨ ਚ ਲਿਖਿਆ ਤਾਂ ਸਭ ਵੇਖ ਕੇ ਕੁੜਨ ਲੱਗੇ ਸਾਰੇ ਹੀ ਵੇਖ ਕੇ ਕੀ ਕਰਨ ਲੱਗੇ ਜੀ ਕੁੜਨ ਕੁਛ ਲੋਕੀ ਕੁੜਨਾ ਸ਼ੁਰੂ ਕਰਦੇ ਆ ਰੱਬ ਇਹਦੇ ਨਾਲ ਹੀ ਗੱਲਾਂ ਕਰਦਾ ਹੈਨਾ ਇਹ ਹਰ ਬੜੀ ਪਰੇਸ਼ਾਨੀਆਂ ਕਰਦੇ ਆ ਮੇਰੇ ਨਾਲ ਤਾਂ ਰੱਬ ਕਰਦਾ ਨਹੀਂ ਇਹ ਕਿਦਾਂ ਇਹ ਬੜੇ ਗੀਤ ਬੋਲਦਾ ਇਹ ਬੜਾ ਪ੍ਰਾਰਥਨਾ ਕਰਦਾ ਇਹ ਹਰ ਵਾਰੀ ਚਰਚ ਵਿੱਚ ਸਾਹਮਣੇ ਗਾੜੀ ਹੁੰਦਾ ਮੈਂ ਸੋਚਿਆ ਯਾਰ ਕਿ ਮੈਂ ਗਾੜੀ ਬੈਠੂੰਗਾ ਮੇਰੇ ਤੋਂ ਪਹਿਲਾਂ ਹੀ ਬੈਠਾ ਹੈਨਾ ਕੁਛ ਵੇਖ ਕੇ ਗੱਲਾਂ ਨੂੰ ਕੀ ਕਰਦੇ ਆ ਜੀ ਕੁੜਨਾ ਸ਼ੁਰੂ ਕਰ ਦਿੰਦੇ ਆ ਹਾਲੇਲੂਇਆ ਲੇਕਿਨ ਜਿਹਦੇ ਅੰਦਰ ਚੱਕੀ ਵਰਗਾ ਸੁਭਾਅ ਹੋਏਗਾ ਉਹ ਬੰਦਾ ਕਿਸੇ ਦਾ ਕੋਈ ਧਿਆਨ ਨਹੀਂ ਕਰੇਗਾ ਹਾਲੇਲੂਇਆ ਸੋ ਪਿਆਰੇ ਪਾਣੀ ਦੇ ਵਿੱਚ ਲਿਖਿਆ ਸਭ ਵੇਖ ਕੇ ਕੀ ਕਰਨ ਲੱਗੇ ਜੀ ਕੁੜਨ ਲੱਗੇ ਦੂਸਰੀ ਜਗ੍ਹਾ ਤੇ ਪੜਾਂਗੇ ਸੀ ਲੂਕਾ 18 ਦੀ ਸੰਗਤ ਪੜੋ ਲੂਕਾ ਦੀ 18 ਦੀ 37 ਜਲਦੀ ਜਲਦੀ ਪੜਾਂਗੇ ਸੀ ਲੋਕਾਂ ਨੇ ਉਹਨੂੰ ਖਬਰ ਦਿੱਤੀ ਹਾਂ। ਕਿ ਯਿਸੂ ਨਾਸਰੀ ਲੰਘ ਰਿਹਾ ਹੈ ਇੱਕ ਅੰਨੇ ਦੇ ਬਾਰੇ ਜ਼ਿਕਰ ਹੈ ਵਿੱਚ ਲਿਖਿਆ ਲੋਕਾਂ ਨੇ ਇੱਕ ਅੰਨੇ ਬੰਦੇ ਨੂੰ ਖਬਰ ਦਿੱਤੀ ਕਿ ਇੱਥੋਂ ਦੀ ਯਿਸੂ ਸੀ ਲੰਘ ਰਿਹਾ ਹੈ ਤਦ ਉਹਨੇ ਪੁਕਾਰ ਕੇ ਆਖਿਆ ਉਹਦੇ ਪੁਕਾਰ ਕੇ ਆਖਿਆ ਇਹ ਯਿਸੂ ਹੇ ਯਿਸੂ ਦਾਊਦ ਦੇ ਪੁੱਤਰ ਹਾਂ ਮੇਰੇ ਉੱਤੇ ਦਇਆ ਕਰ ਜਦ ਉਹ ਬੰਦੇ ਨੇ ਅੰਨੇ ਵਿਅਕਤੀ ਨੇ ਪੁਕਾਰ ਕੇ ਆਖਿਆ ਹੈ ਯਿਸੂ ਦਾਊਦ ਦੇ ਪੁੱਤਰ ਮੇਰੇ ਉੱਤੇ ਕੀ ਕਰੋ ਦਇਆ ਕਰੋ ਜਿਹੜੇ ਅੱਗੇ ਜਾਂਦੇ ਸਨ ਹਾਂ। ਉਹਨਾਂ ਉਸ ਨੂੰ ਝਿੜਕਿਆ बस हिंदी बाइबल पढ़ो यही है पढ़ना उन्होंने उसको बताया हाँ। यीशु नासरी जा रहा है नहीं बेटा अगली है हाँ तब उसने पुकार के कहा हाँ। हे यीशु दाऊद की संतान हाँ। मुझ पर दया कर मुझ पर दया कर तो आगे आगे जा रहे थे देखो आगे जाने वाले लोग जेड़े कितने जा रहे सन जी आगे आगे अन्ने सी किस जाके सी बोलो जी सजाके सी आगे जाने वाले लोग सजाके थे और आगे पढ़ो जी लिखा है मैं उसे डांटने लगे आगे जाने वाले लोग उसकी करने लगे डांटने लगे हालेलुया ਅੱਗੇ ਜਾਣ ਵਾਲੇ ਲੋਕ ਹਮੇਸ਼ਾ ਕੀ ਕਰਦੇ ਆ ਜੀ ਡਾਂਟਦੇ ਵੀ ਨੇ ਹਾਲੇਲੂਇਆ ਕੋਨੀ ਮਾਰ ਕੇ ਕੀ ਕਰਦੇ ਜੀ ਪਿੱਛੇ ਹੋਇਆ ਤੇਰਾ ਕੋਈ ਕੰਮ ਨਹੀਂ ਹਾਲੇਲੂਇਆ आगे जाने वाले लोग उसे की करने लगे डांटने लगे चुप रहे पर ये बंदा फिर भी खुदा लिखेगा जी चिल्लाने लगे चिल्लाने लगा हालेलुया खुदा दे ਲਈ ਇਹ ਪਿਆਸਾ ਸੀ ਪਰ ਇਹਦੀ ਪਿਆਸ ਨਹੀਂ ਸੀ ਕਿ ਅੱਜ ਮੈਂ ਇਸ ਸਮਾਂ ਅੱਜ मैं इस वक्त ਨੂੰ ਗਵਾਣਾ नहीं है हालेलुया आगे जाने वाले लोग इसे डांटने लगे लेकिन फिर भी किसी की परवाह ना करता हुआ भी ऊंची ऊंची प्रभु को करने लगा पुकारने लगा हालेलुया हे दाऊद की संतान मुझ पर रहम कर मुझ पर रहम कर मुझ पर रहम कर ऐसे ऊंची ऊंची पुकारने लगा बाइबल चके पढ़ो जी क्या है परंतु वह और भी चिल्लाने लगा हाँ। हे दाऊद की संतान हाँ। मुझ पर दया कर मुझ पर दया कर तब यीशु ने खड़े होकर हालेलुया यीशु ने खड़े होकर उसने अपने कोल बुलाया और आख्या दस मैं तेरे लिए की करा और कहता प्रभु जी मैं क्यों जावा वरना व्यक्ति कहने लगा खुदा मैं क्यों जावा सच्चा अखा जमा देखना चाहना है मैं और खुदा ने उदियां अखा कीता खोल दिता हालेलुया प्यारे भैन भाइयों हालात कितना भी हो लेकिन तुसी खुदा ले क्यों जाओ प्यासे हो जाओ हालेलुया ਤੁਹਾਡੀ ਪਿਆਸ खुदा ਦੇ ਕੰਨਾਂ ਤੱਕ आवाज ਪਹੁੰਚਾਏਗੀ और खुदा ਨੂੰ ਪਿੱਛੇ ਲੈ ਕੇ ਆਏਗੀ और खुदा जब ਤੁਹਾਡੇ ਕੋਲ ਆਏਗਾ ਤੁਹਾਡੀ ਜ਼ਿੰਦਗੀਆਂ ਨੂੰ ਪਰਮੇਸ਼ਰ ਬਹਾਲ ਕਰੇਗਾ ਹਾਲੇਲੂਇਆ ਤੁਹਾਡੇ ਕਰਜ਼ਾ ਨੂੰ ਮਾਫ ਕਰੇਗਾ ਤੁਹਾਡੇ ਹਾਲਾਤਾਂ ਨੂੰ ਸੁਧਾਰੇਗਾ और ਤੁਹਾਡੀ ਵਿਗੜੀਆਂ ਜ਼ਿੰਦਗੀਆਂ ਨੂੰ खुदा और सही राह ਤੇ ਲੈ ਕੇ ਆਏਗਾ हालेलुया परमेश्वर बदलने वाला परमेश्वर है वचन च लिखिया इस अंडे ने किसी की कोई परवाह नहीं की कोड़ी मारन वाले लोगों की परवाह नहीं की अगे जाके जेडे झटका मारते थे उन्होंने परवाह नहीं की जक्की ने किसी की परवाह नहीं की इस अन्ने व्यक्ति ने किसी की परवाह नहीं की लेकिन ये बंदा उसे घड़ी क्यों गया जी चंगा हो गया हालेलुया चंगा जेकर होना है तो किसी की कोई परवाह नहीं करनी हालेलुया बस खुदा दी वाल अपना ध्यान लगा के परमेश्वर को पुकारो और खुदा तन उत्तर देगा आइए सी अगे पढ़ांगे कायद नु 18 ਦੀ 39 पढ़ो ਜਿਹੜੇ ਅੱਗੇ ਜਾਂਦੇ ਸਨ ਹਾਂ। ਉਹਨਾਂ ਉਸ ਨੂੰ ਝਿੜਕਿਆ ਹਾਂ। ਕਿ ਚੁੱਪ ਕਰ हाँ ਪਰ ਉਹ ਸਗੋਂ ਹੋਰ ਵੀ ਉੱਚੀ ਬੋਲ दुनिया चाहे कुछ भी कहे लेकिन तुसी किनू पुकारना है हालेलुया दुनिया चाहे किसी ਨੂੰ पुकारे लेकिन ਤੁਹਾਨੂੰ ਸਿਰਫ ਪਰਮੇਸ਼ਵਰ ਨੂੰ ਪੁਕਾਰਨ ਦੀ ਕੀ ਹੈ ਲੋੜ ਹੈ ਹਾਲੇਲੂਇਆ ਦੁਨੀਆ ਚਾਹੇ ਜਿੰਨਾ ਮਰਜ਼ੀ ਨਾਮ ਲਵੇ ਲੇਕਿਨ ਸਾਨੂੰ ਯਿਸੂ ਮਸੀਹ ਦਾ ਨਾਮ ਲੈਣ ਦੀ ਕੀ ਹੈ ਜੀ ਜ਼ਰੂਰਤ ਹੈ ਹਾਲੇਲੂਇਆ दुनिया चाहे किसी मर्जी पूजा करे लेकिन असि सच्चे जिंदे खुदा दी की करनी है आराधना करनी है हालेलुया ओदी आराधना च चंगाई आ ओदी आराधना च छुटकारा वा जिस नु पुकारांगे तो खुदा सन उत्तर भी देवेगा पढ़ांगे सी यूनान दी किताब तीसरा अध्याय दी 6 आयत पढ़ांगे यूनान नबी दी पुस्तक तीसरा अध्याय 6 आयत जल्दी पढ़ांगे इस खबर नीनवा ਦੇ ਬਾਦਸ਼ਾਹ ਨੂੰ ਅਪੜ ਪਈ ਹਾਂ। ਉਹ ਆਪਣੀ ਰਾਜਗੱਦੀ ਤੋਂ ਉੱਠਿਆ ਹਾਂ। ਆਪਣਾ ਸ਼ਾਹੀ ਜੁੱਬਾ ਲਾ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ ਤਾਂ ਉਸਨੇ ਹੁਕਮ
ਮੌਕਾ ਦਿੱਤਾ ਹਾਂ। ਅਤੇ ਨੀਨਵਾ ਵਿੱਚ ਪ੍ਰਚਾਰ ਕੀਤਾ ਬਾਦਸ਼ਾਹ ਤੇ ਉਸ ਦੇ ਸਰਦਾਰ ਦਾ ਹਾਂ। ਫਰਮਾਨ ਨਾ ਆਦਮੀ ਨਾ ਆਦਮੀ ਨਾ ਪਸ਼ੂ ਨਾ ਵਗਦਾ ਇੱਜੜੇ ਹਾਂ। ਕੁਝ ਚੱਖਣ ਉਹ ਨਾ ਖਾਣ ਨਾ ਪਾਣੀ ਪੀਣ ਹਾਂ। ਪਰ ਆਦਮੀ ਔਰ ਪਸ਼ੂ ਕੱਪੜਾ ਨਾਲ ਢੱਕੇ ਹੋਏ ਹੋਣ ਅਤੇ ਪਰਮੇਸ਼ਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ ਬਸ ਹਾਲੇਲੂਇਆ। ਮੈਂ ਕਹਿੰਦਾ ਪਾਪ ਭਾਵੇਂ ਕਿੰਨਾ ਮਰਜ਼ੀ ਹੋਵੇ ਜੇ ਅਧੀਨ ਹੋ ਕੇ ਅਸੀਂ ਰੱਬ ਦੇ ਪਿਆਸੇ ਹੋ ਜਾਈਏ ਤੇ ਖੁਦਾ ਆਪਣਾ ਨਿਰਣੈ ਜ਼ਰੂਰ ਕੀ ਕਰੇਗਾ ਜੀ, ਬਦਲੇਗਾ। ਹਾਲੇਲੂਇਆ। ਪਰਮੇਸ਼ਰ ਮਾਫੀ ਦਾ ਪਰਮੇਸ਼ਰ ਆ, ਉਹ ਭਲਾ ਪਰਮੇਸ਼ਰ। ਅਸੀਂ ਗੀਤ ਗਾ ਰਹੇ ਆ, ਯਹੋਵਾ ਮੇਰਾ ਬਾਦਸ਼ਾਹ। ਹਾਲੇਲੂਇਆ। ਉਹ ਕਰਦਾ ਭਲਾ ਆਪਣੇ ਲੋਕਾਂ ਦੇ ਸਦਾ। ਹਾਲੇਲੂਇਆ। ਸੋ ਪਿਆਰੇ ਭੈਣ ਵਿੱਚ ਲਿਖਿਆ ਯੂਨਾਨ ਨੂੰ ਪਰਮੇਸ਼ਰ ਨੇ ਭੇਜਿਆ ਕਿ ਨੀਨਵਾ ਸ਼ਹਿਰ ਦੇ ਲੋਕੀ ਪਾਪ 'ਚ ਫਸੇ ਨੇ, ਗੁਨਾਹਾਂ 'ਚ ਫਸੇ ਨੇ। ਉਹਨਾਂ ਨੂੰ ਪ੍ਰਚਾਰ ਕਰ, ਉਹਨਾਂ ਨੂੰ ਵਚਨ ਸੁਣਾ ਤਾਂ ਕਿ ਆਪਣੇ ਪਾਪ ਤੋਂ ਮੁੜਨ, ਤੋਬਾ ਕਰਨ। ਤੇ ਨਹੀਂ ਕਰਨਗੇ ਤਾਂ ਫਿਰ 40 ਦਿਨਾਂ ਦੇ ਵਿੱਚ ਇਹ ਨੀਨਵਾ ਸ਼ਹਿਰ ਹੋ ਜਾਏਗਾ। 40 ਦਿਨ ਰਹੇ ਇਹਨਾਂ ਦੇ ਕੋਲ ਆਪਣੇ ਪਾਪਾਂ ਤੋਂ ਪਛਤਾਵਾ ਕਰਨ ਦੇ ਲਈ। 40 ਦਿਨ ਟੱਪਣ ਦੀ ਗੱਲ ਹੀ ਹੈ ਬਸ, ਔਰ ਸ਼ਹਿਰ ਨਾਸ਼ ਹੋਣ ਦੇ ਲਈ ਹੋ ਜਾਵੇਗਾ, ਤਿਆਰ ਹੋਵੇਗਾ। ਹਾਲੇਲੂਇਆ। 40 ਦਿਨ ਤੇ ਕੁਝ ਵੀ ਨਹੀਂ ਹੁੰਦੇ, ਕੁਝ ਵੀ ਨਹੀਂ। ਲੇਕਿਨ ਪਿਆਰੇ ਭੈਣ ਦੇ ਵਚਨ 'ਚ ਲਿਖਿਆ ਜਦ ਬਾਦਸ਼ਾਹ ਨੇ ਇਹ ਗੱਲ ਆਪਣੀ, ਬਾਦਸ਼ਾਹ ਨੇ ਆਪਣਾ ਸ਼ਾਹੀ ਜੁੱਬਾ ਲਾਇਆ, ਆਪਣੀ ਪੋਸ਼ਾਕ, ਆਪਣਾ ਤਾਜ, ਆਪਣਾ ਪਹਿਰਾਵਾ ਲਾ ਕੇ ਇੱਕ ਸਾਦੇ ਕੱਪੜੇ ਪਾ ਕੇ ਥੱਲੇ ਬੈਠ ਗਿਆ ਔਰ ਲੋਕਾਂ ਨੂੰ ਆਖਿਆ ਸਾਰੇ ਲੋਕ ਰੋਜ਼ਾ ਰੱਖੋ, ਪ੍ਰਾਰਥਨਾ ਕਰੋ, ਕੋਈ ਮਾਲ ਡੰਗਰ, ਕੋਈ ਭੇਡ ਬੱਕਰੀ, ਕਿਸੇ ਕੋਈ ਜਾਨਵਰ ਕੁਝ ਨਾ ਖਾਵੇ, ਕੁਝ ਨਾ ਚੱਖੇ, ਜਿੰਨੀ ਦੇਰ ਤੱਕ ਸਾਡਾ ਖੁਦਾ ਸਾਡੇ ਤੇ ਰਹਿਮ ਨਾ ਕਰੇ। ਹਾਲੇਲੂਇਆ। ਔਰ ਕੁਝ ਹੀ ਦਿਨ ਇਹਨਾਂ ਨੇ ਆਪਣੇ ਡੰਗਰਾਂ ਨੂੰ ਮਾਲ ਨੂੰ ਭੁੱਖੇ ਰੱਖਿਆ ਔਰ ਖੁਦਾ ਨੇ ਆਪਣੇ ਦਾਸ ਦੀ ਆਵਾਜ਼ ਨਾਲ ਫਿਰ ਕਹਿ ਦਿੱਤਾ, ਖੁਦਾ ਨੇ ਤੁਹਾਡੇ ਗੁਨਾਹਾਂ ਨੂੰ ਕੀ ਕੀਤਾ ਹੈ ਜੀ, ਮਾਫ ਕਰ ਦਿੱਤਾ ਹੈ। ਹਾਲੇਲੂਇਆ। ਸੋ ਪਿਆਰੇ ਭੈਣ ਭਾਈਓ, ਜੇਕਰ ਅਸੀਂ ਖੁਦਾ ਲਈ ਪਿਆਸੇ ਹੋ ਜਾਵਾਂਗੇ ਤੇ ਭਾਵੇਂ ਕਿੰਨੇ ਵੀ ਪਾਪ ਲੈ ਕੇ ਕਿਉਂ ਨਹੀਂ ਸੀ ਆਏ, ਖੁਦਾ ਸਾਡੇ ਪਾਪਾਂ ਨੂੰ ਕੀ ਕਰੇਗਾ, ਮਾਫ ਕਰੇਗਾ। ਕਿਹੜੇ ਲੋਕਾਂ ਨੂੰ ਸਮਝਾ ਰਹੇ ਹੋ, ਪ੍ਰਭੂ ਦੇ ਲਈ ਕੀ ਹੋ ਜਾਓ, ਖੁਦਾ ਲਈ ਪਿਆਸੇ ਹੋ ਜਾਓ, ਖੁਦਾ ਤੁਹਾਡੇ ਪਾਪਾਂ ਨੂੰ ਕੀ ਕਰੇਗਾ ਜੀ, ਮਾਫ ਕਰੇਗਾ। ਹਾਲੇਲੂਇਆ। ਪ੍ਰਭੂ ਦੇ ਲਈ ਪਿਆਸ। ਜ਼ਬੂਰ 27 ਉਹਦੀ 4 ਆਇਤ ਪੜਾਂਗੇ ਅਸੀਂ। ਜ਼ਬੂਰ 27 ਉਹਦੀ 4 ਆਇਤ 'ਚ ਲਿਖਿਆ ਹੈ, ਜਲਦੀ ਪੜਾਂਗੇ। ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਹੈ ਹਾਂ। ਅਤੇ ਮੈਂ वही पालूंगा हाँ। कि मैं जीवन भर जो अधिक घर बसा। एक बार मैंने यहोवा से मांगा है, उसी के ध्यान में लगा रहूं कि मैं जीवन पर यहोवा के भवन में रहने पाऊं। हालेलुया। ਕਿਹੜੀ ਪਿਆਸ ਹੈਗੀ ਹੈ ਜੀ, ਇੱਕ ਕਹਿੰਦਾ ਖੁਦਾ ਨੇ ਵਾਅਦਾ ਕੀਤਾ ਹੈ, ਇੱਕ ਗੱਲ ਮੰਗੀ ਹੈ, ਹੋਰ ਕੁਛ ਨਹੀਂ ਮੰਗਦਾ, ਬਸ ਇਹੀ ਗੱਲ ਮੰਗਦਾ ਹੈ ਕਿ ਮੇਰੀ ਜਾਨ ਖੁਦਾ ਲਈ ਹੈਗੀ ਹੈ ਜੀ, ਪਿਆਸੀ ਹੈ ਤੇ ਮੈਂ ਸਦਾ ਤੱਕ ਖੁਦਾ ਦੇ ਕੀ ਰਵਾਂ, ਘਰ ਵਿੱਚ ਰਵਾਂ। ਹਾਲੇਲੂਇਆ। ਜਿੱਦਾਂ ਤੁਸੀਂ ਆਪਣੇ ਪੈਸਿਆਂ ਦੇ ਲਈ ਪਿਆਸੇ ਜੇ, ਘਰ ਮਕਾਨ ਲਈ ਪਿਆਸੇ ਜੇ, ਬੱਚਿਆਂ ਦੀ ਨੌਕਰੀਆਂ ਦੇ ਲਈ ਪਿਆਸੇ ਜੇ, ਕਿਹੜੇ ਵੇਲੇ ਮੇਰਾ ਬੱਚਾ ਵੱਡਾ ਹੋਵੇ, ਪੜ੍ਹਾਈ ਪੂਰੀ ਹੋਵੇ, ਫਟਾਫਟ ਨੌਕਰੀ ਕਰੇ ਔਰ ਖੁੱਲਾ ਪੈਸਾ ਆਵੇ, ਇਹ ਹੋਵੇ ਉਹ ਹੋਵੇ, ਐਸ਼ਪ੍ਰਸਤੀ ਕਰੀਏ, ਸਾਨੂੰ ਪਿਆਸੇ ਕੀ ਨਹੀਂ ਜੀ, ਪਿਆਸੇ ਆ। ਉਸੇ ਤਰ੍ਹਾਂ ਖੁਦਾ ਨੂੰ ਪਾਉਣ ਦੇ ਲਈ ਕੀ ਹੋ ਜਾਓ ਜੀ, ਪਿਆਸੇ ਹੋ ਜਾਓ। ਹਾਲੇਲੂਇਆ। ਪ੍ਰਭੂ ਨੂੰ ਪਿਆਉਣ ਲਈ ਖੁਦਾ ਕਹਿੰਦਾ ਹੈ, ਇੱਥੇ ਪ੍ਰਭੂ ਦਾ ਦਾਸ ਦਾਊਦ ਪਾਤਸ਼ਾਹ ਕਹਿੰਦਾ ਮੈਂ ਹੋਰ ਕੁਝ ਨਹੀਂ ਖੁਦਾ ਤੋਂ ਮੰਗਦਾ, ਬਸ ਇਹੀ ਮੰਗਦਾ ਮੈਂ ਜੀਵਨ ਭਰ ਖੁਦਾ ਦੇ ਕੀ ਰਵਾਂ, ਘਰ ਵਿੱਚ ਬੱਸਾਂ। ਹਾਲੇਲੂਇਆ। ਅੱਜ ਅਸੀਂ ਪੜਾਂਗੇ ਉਤਪਤੀ ਦੀ ਕਿਤਾਬ 19 ਅਧਿਆਇ 2 ਅਤੇ 3 ਅਧਿਆਇ ਪੜਾਂਗੇ ਅਸੀਂ। ਹਾਂ। ਮੇਰੇ ਪ੍ਰਭੂ, ਹਾਂ। ਤੁਸੀਂ ਆਪਣੇ ਦਾਸ ਦੇ ਘਰ ਵੱਲ ਮੁੜੋ ਹਾਂ। ਅਤੇ ਰਾਤ ਠਹਿਰੋ ਔਰ ਆਪਣੇ ਚਰਨ ਧੋਵੋ ਅਤੇ ਫਿਰ ਤੁਸੀਂ ਤੜਕੇ ਉੱਠ ਕੇ ਆਪਣੇ ਰਾਹ ਪੈ ਜਾਣਾ। ਉਹਨਾਂ ਨੇ ਆਖਿਆ ਨਹੀਂ, ਅਸੀਂ ਚੌਂਕ ਵਿੱਚ ਰਾਤ ਕੱਟਾਂਗੇ। ਪ੍ਰਭੂ ਦੇ ਦੂਤ ਸਦੋਮ ਅਮੋਰਾ ਦੇ ਇੱਕ ਨਗਰ ਸੀ, ਇੱਕ ਬਦਨਾਮ ਨਗਰ, ਪਾਪੀ ਨਗਰ, ਬੁਰੇ ਲੋਕ, ਜਿੱਥੇ ਲੂਤ ਨੇ ਵੀ ਆਪਣਾ ਜਾ ਕੇ ਘਰ ਬਣਾ ਲਿਆ। ਔਰ ਧਿਆਨ ਨਾਲ ਸੁਣਨਾ, ਤੁਹਾਡੇ ਵੀ ਨਗਰ ਵਿੱਚ ਗਲੀ ਮਹੱਲੇ ਵਿੱਚ ਬੁਰੇ ਲੋਕ ਤਾਂ ਰਹਿੰਦੇ ਹੀ ਹੁੰਦੇ, ਰਹਿੰਦੇ ਕਿ ਨਹੀਂ ਰਹਿੰਦੇ ਜੀ। ਕਈ ਵਾਰੀ ਸੋਚੋਗੇ ਇੱਥੇ ਘਰ ਨਹੀਂ ਪਾ ਲਿਆ, ਇੱਥੇ ਥਾਂ ਸੀ ਐਵੇਂ ਲੈ ਲਈ, ਇੱਥੇ ਤੇ ਲੋਕ ਹੀ ਚੰਗੇ ਨਹੀਂ। ਹਾਲੇਲੂਇਆ। ਲੂਤ ਨੇ ਆਪਣਾ ਘਰ ਜਿੱਥੇ ਪਾ ਲਿਆ, ਥਾਂ ਲੈ ਲਿਆ, ਮਕਾਨ ਛੱਡ ਲਿਆ, ਰਹਿਣਾ ਸ਼ੁਰੂ ਕੀਤਾ। ਉੱਥੋਂ ਦੇ ਲੋਕ ਬੜੇ ਪਾਪੀ ਸੀ, ਬੜੇ ਬੁਰੇ ਲੋਕ ਸੀ। ਲੇਕਿਨ ਲੂਤ ਨੂੰ ਉੱਥੋਂ ਬਚਾਉਣ ਦੇ ਲਈ ਪ੍ਰਭੂ ਦੇ ਕੁਝ ਦੂਤ ਆਏ, ਔਰ ਦੂਤ ਜਦੋਂ ਆਏ, ਲੂਤ ਨਾਲ ਗੱਲਬਾਤ ਚੱਲੀ ਔਰ ਦੂਤ ਕਹਿੰਦੇ ਆ ਅਸੀਂ ਕਿੱਥੇ ਰਹਿਣਾ ਰਾਤ। ਬੋਲੋ, ਇਹਨੇ ਨਹੀਂ ਪੜਿਆ, ਕਿੱਥੇ ਰਹਿਣਾ ਰਾਤ? ਅਸੀਂ ਚੌਂਕ ਦੇ ਵਿੱਚ ਰਹਿਣਾ। ਅਸੀਂ ਕਿੱਥੇ ਰਵਾਂਗੇ ਜੀ? ਬਾਹਰ ਬਾਜ਼ਾਰ ਦੇ ਚੌਂਕ ਵਿੱਚ ਹੀ ਰਾਤ ਕੱਟਾਂਗੇ। ਲੇਕਿਨ ਲੂਤ ਖੁਦਾ ਦੇ ਦੂਤਾਂ ਦੇ ਲਈ ਇੰਨਾ ਜ਼ਿਆਦਾ ਪਿਆਸਾ ਸੀ, ਉਹ ਕੀ ਕਹਿਣ ਲੱਗਾ ਹੈ? ਫਿਰ ਪੜੋ, ਦੂਸਰੀ ਤੀਸਰੀ ਫਿਰ ਪੜਾਂਗੇ। ਉਸਨੇ ਆਖਿਆ
ਵੇਖੋ ਮੇਰੇ ਪ੍ਰਭੂ ਵੇਖੋ ਮੇਰੇ ਪ੍ਰਭੂਓ ਤੁਸੀਂ ਆਪਣੇ ਦਾਸ ਦੇ ਘਰ ਵੱਲ ਮੁੜੋ ਤੁਸੀਂ ਆਪਣੇ ਦਾਸ ਦੇ ਘਰ ਵਿੱਚ ਆਓ ਔਰ ਰਾਤ ਠਹਿਰੋ ਰਾਤ ਠਹਿਰੋ ਔਰ ਆਪਣੇ ਚਰਨ ਧੋਵੋ। ਹਿੰਦੀ ਦੀ ਬਾਈਬਲ ਚ ਪੜਾਂਗੇ ਸਾਜ ਨੂੰ ਬੜਾ ਅੱਛਾ ਹੈ ਹਾਂ हे मेरे प्रभु आज चला के करते पढ़ो हाँ हे मेरे प्रभु हाँ। अपने दास के घर में पधारिए अपने दास के घर में पधारिए और रात भर विश्राम कीजिए रात कटो मतलब रात से विश्राम करो और अपने पाँव धोइए अपने पैर धो फिर भोर को उठकर फिर तड़के उठ के अपने मार्ग पर जाइए अपने रात एक राह पै जाना जब जिधर तुम जाना उधर वापस सवेरे चले जाना लेकिन दूत की कह रहे हैं उन्होंने कहा दूतों ने कहा नहीं हम चौक में ही रात बिताएंगे हालेलुया पर खुदा ਦਾ ਫੈਸਲਾ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਜੇ ਤੁਸੀਂ ਦ੍ਰਿੜ ਹੋ ਜਾਓਗੇ ਤੁਸੀਂ ਇੱਕ ਜਿੱਦ ਫੜ ਲਓਗੇ ਨਾ ਤੇ ਖੁਦਾ ਆਪਣੇ ਫੈਸਲੇ ਵੀ ਕਰੇਗਾ ਜੀ ਬਦਲੇਗਾ ਹਾਲੇਲੂਇਆ ਕਿੰਨੇ ਲੋਕੀ ਖੁਦਾ ਦੇ ਗੜੀ ਜਿੱਦ ਕਰਦੇ ਨੇ ਮੈਂ ਕਹਿੰਦਾ ਪ੍ਰਾਰਥਨਾ ਕਰੋ ਐਸਾ ਪ੍ਰਾਰਥਨਾ ਕਰੋ ਇੱਕ ਔਰਤ ਸੀ ਮੈਂ ਪਿਛਲੇ ਦਿਨਾਂ 'ਚ YouTube ਤੇ ਇੱਕ ਗਵਾਹੀ ਸੁਣਦਾ ਪਿਆ ਸੀ ਉਹ ਕਹਿੰਦੀ ਮੈਂ ਖੁਦਾ ਦੇ ਭਵਨ 'ਚ ਗਈ 17 ਸਾਲਾਂ ਤੋਂ ਮੇਰੇ ਘਰ ਕੋਈ ਔਲਾਦ ਨਹੀਂ ਹੋਈ ਸੀ ਜਦੋਂ ਮੈਂ ਭਵਨ 'ਚ ਪਹੁੰਚੀ ਤੇ ਮੈਂ ਬਿਲਕੁਲ ਪਹਿਲੀ ਵਾਰ ਚਰਚ ਵਿੱਚ ਗਈ ਸੀ ਫਿਰ ਉੱਥੋਂ ਦੇ ਹਾਲਾਤਾਂ ਦੇ ਬਾਰੇ ਉੱਥੋਂ ਦਾ ਕੋਈ ਕਾਨੂੰਨ ਬਾਰੇ ਕੁਝ ਪਤਾ ਨਹੀਂ ਸੀ ਲੇਕਿਨ ਜਦੋਂ ਮੈਂ ਖੁਦਾ ਦੇ ਘਰ 'ਚ ਐਂਟਰੀ ਕੀਤੀ ਤੇ ਮੈਂ ਗੋਡੇ ਟੇਕ ਕੇ ਜ਼ਮੀਨ ਪਿੱਟਣੀ ਸ਼ੁਰੂ ਕਰ ਦਿੱਤੀ ਖੁਦਾ ਮੇਰੀ ਬੰਦ ਟੁਕੜਾ ਤੂੰ ਕੀ ਕਰ ਦੇਣਾ ਖੋਲ ਦੇਣਾ ਅੱਜ ਮੈਂ ਤੇਰੇ ਘਰ ਤੋਂ ਖਾਲੀ ਨਹੀਂ ਜਾਣਾ ਓਨੀ ਦੇਰ ਤੱਕ ਰੋਂਦੀ ਰਹੀ ਜਿੰਨੀ ਤੱਕ ਬੰਦਗੀ ਚੱਲੀ ਔਰ ਜਦੋਂ ਵਾਪਸ ਗਈ ਔਰ ਖੁਦਾ ਦੇ ਦਾਸ ਨੇ कहता जिदा हन्ना दी कोख खोली उदा तेरी खुदा ने की है हालेलुया खुदा अपने फैसले में बदल देता है जे ਅਸੀਂ ਦ੍ਰਿੜ ਹੋ ਕੇ ਖੁਦਾ ਨੂੰ ਪੁਕਾਰਾਂਗੇ ਤੇ ਖੁਦਾ ਸਾਡੇ ਹਾਲਾਤਾਂ ਨੂੰ ਕਰੇਗਾ ਜੀ ਬਦਲੇਗਾ ਹਾਲੇਲੁਇਆ ਦੂਤ ਕੀ ਕਹਿ ਰਹੇ ਨੇ ਦੂਤ ਕਹਿੰਦੇ ਅਸੀਂ ਰਾਤ ਕਿੱਥੇ ਕੱਟਣੀ ਹੈ ਚੌਕ 'ਚ ਕੱਟਣੀ ਹੈ ਲੇਕਿਨ ਦੂਤ ਕਹਿੰਦਾ ਮੇਰੇ ਘਰ ਜਾਓ ਅਤੇ ਉੱਥੇ ਰੋਟੀ ਖਾਓ ਉੱਥੇ ਪੈਰ ਧੋਵੋ ਉੱਥੇ ਬਿਸਤਰਾ ਲਗਾਏ ਉੱਥੇ ਸੋਵੋ ਸਵੇਰੇ ਉੱਠ ਕੇ ਆਪਣੇ ਘਰ ਲੱਗੋ ਜਨਾਬ ਚਲੇ ਜਾਣਾ ਰਾਤ ਕਿੱਥੇ ਕੱਟੀ ਉਹਨਾਂ ਨੇ ਨਹੀਂ ਰਾਤ ਕਿੱਥੇ ਕੱਟੀ ਉਹਨਾਂ ਨੇ ਬੋਲੋ ਜੀ ਲੂਤ ਦੇ ਘਰ ਦੇ ਵਿੱਚ ਲੱਗੀ ਕੱਟੀ ਦੇਖੋ ਦੂਤਾਂ ਨਾਲ ਕੋਈ ਬਿਆਸ ਕਰ ਸਕਦਾ ਜੀ ਲੇਕਿਨ ਲੂਤ ਨੇ ਇੰਨੀ ਜਿੱਦ ਕੀਤੀ ਐ ਮੇਰੇ ਪ੍ਰਭੂਓ ਤੁਸੀਂ ਇੱਥੇ ਚੌਂਕ ਵਿੱਚ ਰਾਤ ਨਹੀਂ ਕੱਟਣੇ ਤੁਸੀਂ ਮੇਰੇ ਘਰ ਜਾਓ ਮੇਰੇ ਘਰ ਆਓ ਇੱਕ ਜਿੱਦ ਕਰ ਲਈ ਮੇਰੇ ਘਰ ਆਓ ਔਰ ਲੂਤ ਉਹਦੇ ਕਹਿਣ ਤੇ ਫਿਰ ਉਹਦੇ ਘਰ 'ਚ ਹੋ ਗਏ ਜੀ ਚਲੇ ਗਏ ਹਾਲੇਲੂਇਆ ਲੂਤ ਇੱਕ ਇੰਨੇ ਭੈੜੇ ਤੇ ਪਾਪੀ ਲੋਕਾਂ ਦੇ ਰਹਿੰਦਾ ਸੀ ਜਦੋਂ ਲੋਕਾਂ ਨੂੰ ਪਤਾ ਲੱਗਾ ਲੂਤ ਦੇ ਘਰ ਤੇ ਕੁਝ ਰਿਸ਼ਤੇਦਾਰ ਕੁਝ ਪ੍ਰਾਹੁਣੇ ਆ ਗਏ ਨੇ ਹੋ ਸਕਦਾ ਹੈ ਉਹਨਾਂ ਦੀ ਸ਼ਕਲ ਔਰ ਆਪ ਇਨਸਾਨਾਂ ਵਰਗੀ ਹੋਵੇ ਜਾਂ ਕੋਈ ਔਰਤਾਂ ਵਰਗੀ ਹੋਵੇ ਜਾਂ ਕੁਝ ਭਾਈਆਂ ਵਰਗੀ ਹੋਵੇ ਔਰ ਕਹਿਣ ਲੱਗੇ ਜਿਹੜੇ ਤੇਰੇ ਘਰ ਪ੍ਰਾਹੁਣੇ ਆਏ ਨੇ ਉਹਨਾਂ ਨੂੰ ਬਾਹਰ ਕੱਢ ਅਸੀਂ ਉਹਨਾਂ ਦੇ ਨਾਲ ਜੁਟੀਏ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਲੇਕਿਨ ਲੂਤ ਕਹਿਣ ਲੱਗਾ ਜਿਹੜੇ ਮੇਰੇ ਘਰ ਪ੍ਰਾਹੁਣੇ ਆਏ ਨੇ ਇਹਨਾਂ ਨੂੰ ਕੁਝ ਵੀ ਨਾ ਕਹੋ ਮੇਰੀਆਂ ਧੀਆਂ ਨਾਲ ਜੋ ਮਰਜ਼ੀ ਕਰੋ ਮੇਰੇ ਪਰਿਵਾਰ ਨਾਲ ਜੋ ਮਰਜ਼ੀ ਕਰੋ ਲੇਕਿਨ ਇਹ ਖੁਦਾ ਦੇ ਦੂਤ ਮੇਰੇ ਘਰ ਆਏ ਇਹਨਾਂ ਨਾਲ ਕੁਝ ਵੀ ਨਹੀਂ ਕਹਿਣਾ ਹਾਲੇਲੂਇਆ ਦੇਖੋ ਉਹ ਲੋਕ ਇੰਨੇ ਭੈੜੇ ਤੇ ਬੁਰੇ ਸੀ ਜਿੱਥੇ ਲੂਤ ਵਸਦਾ ਸੀ ਲੇਕਿਨ ਫਿਰ ਵੀ ਦੂਤਾਂ ਨੇ ਆਪਣਾ ਫੈਸਲਾ ਬਦਲ ਕੇ ਲੂਤ ਨੂੰ ਆਪਣੇ ਘਰ ਵਿੱਚ ਹੀ ਲਾ ਲਿਆ ਹਾਲੇਲੂਇਆ ਪਰਮੇਸ਼ਵਰ ਦੇ ਲੋਕੋ ਜੇ ਤੁਸੀਂ ਫੈਸਲਾ ਕਰੋ ਖੁਦਾ ਦੇ ਅੱਗੇ ਜਿੱਦ ਕਰੋ ਕਿਸੇ ਵੀ ਮਕਸਦ ਨੂੰ ਪੂਰਾ ਕਰਨ ਦੇ ਲਈ ਤੇ ਸੱਚਮੁੱਚ ਖੁਦਾ ਆਪਣਾ ਫੈਸਲਾ ਜ਼ਰੂਰ ਕੀ ਕਰੇਗਾ ਜੀ ਬਦਲੇਗਾ ਹਾਲੇਲੂਇਆ बदलेगा खुदा पढ़ा किसी बच्चे में कोरत नू 32 अध्याय उत्पत्ति किताब 32 अध्याय 24 तो लाके 28 तक पढ़ो जल्दी पढ़ांगे 32 दी ਤਾਂ ਯਾਕੂਬ ਇਕੱਲਾ ਰਹਿ ਗਿਆ ਅਤੇ ਉਸ ਦੇ ਨਾਲ ਇੱਕ ਮਨੁੱਖ ਦਿਨ ਦੇ ਚੜਾਓ ਠੀਕ ਘੋਲਦਾ ਰਿਹਾ देखो एक प्यास बच्चा लिखा याकूब जो अपने और मामे के घर तो वापस अपने घर ਨੂੰ ਜਾ ਰਿਹਾ ਸੀ याकूब ਨੂੰ ਪਤਾ ਸੀ ਮੈਂ ਆਪਣੇ ਬਾਪ ਨਾਲ ਧੋਖਾ ਕੀਤਾ ਹੈ ਆਪਣੇ ਭਰਾ ਨਾਲ ਧੋਖਾ ਕੀਤਾ ਹੈ ਮੈਂ ਧੋਖੇਬਾਜ਼ ਬੰਦਾ ਹਾਂ ਮੈਂ ਪਾਪੀ ਹਾਂ ਮੈਂ ਬੁਰਾ ਹਾਂ ਲੇਕਿਨ ਵਚਨ ਲਿਖਿਆ ਜਦੋਂ ਰਸਤੇ ਵਿੱਚ ਉਹਨੂੰ ਦੂਤ ਮਿਲੇ ਔਰ ਰਸਤੇ 'ਚ ਜਾ ਰਿਹਾ ਸੀ ਦੂਤ ਮਿਲ ਗਏ ਔਰ ਅੱਗੇ ਪੜਾ ਵਚਨ ਕੀ ਲਿਖਿਆ ਹੈ ਤਾਂ ਜਦ ਉਸ ਵੇਖਿਆ ਕਿ ਮੈਂ ਇਸ ਨੂੰ ਜਿੱਤ ਨਹੀਂ ਸਕਦਾ नहीं फिर तो बढ़ो पीछे हो गया थोड़ा बाइक करके ਤਾਂ ਯਾਕੂਬ ਇਕੱਲਾ ਰਹਿ ਗਿਆ याकूब कल्ला रह गया ਅਤੇ ਉਸ ਦੇ ਨਾਲ ਇੱਕ ਮਨੁੱਖ ਦਿਨ ਦੇ ਚੜਾਓ ਠੀਕ ਘੋਲਦਾ ਰਿਹਾ ਹਾਲੇਲੂਇਆ ਰਾਤ ਪਈ ਸੀ ਜੰਗਲ ਦੇ ਵਿੱਚ ਇੱਥੇ ਯਾਕੂਬ ਕੱਲਾ ਰਹਿ ਗਿਆ ਔਰ ਇੱਕ ਦੂਤ ਆਇਆ ਉਹਨੇ ਗੱਲਬਾਤ ਕਰਨ ਦੇ ਲਈ ਕਿ ਤੂੰ ਪਾਪੀ ਬੰਦਾ ਹੈ ਤੂੰ ਗੁਨਾਹ ਹੈ ਲੇਕਿਨ ਉਹਨੇ ਉਹਦੀ ਲੱਤ ਨੂੰ ਫੜ ਲਿਆ और छड्या नहीं और कहने लगा आगे पढ़ो बड़ा मजेदार शब्द है ਤਾਂ ਜਦ ਉਸ ਵੇਖਿਆ ਕਿ ਮੈਂ ਇਸ ਨੂੰ ਜਿੱਤ ਨਹੀਂ ਸਕਦਾ जद दूत ने वेख्या कि मैनू जित नहीं सकता ਤਾਂ ਉਸ ਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ हथ लाया ਅਤੇ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਕੁਲਨ ਦੇ ਕੰਮ ਨਿਕਲ ਗਿਆ हालेलुया वचन ਵਿੱਚ ਲਿਖਿਆ ਯਾਕੂਬ ਸਾਰੀ ਰਾਤ ਦੂਤ ਨੂੰ ਛੱਡਿਆ ਨਹੀਂ ਜਿੰਨੀ ਦੇਰ ਤੱਕ ਤੈਨੂੰ ਬਰਕਤ ਨਾ ਦੇਵੇ ਤੈਨੂੰ ਮੈਂ ਜਾਣ ਦੇਣਾ नहीं है जिन्नी देर तेन बरकत ना देवे तेन मैं जान देना
ਉਹ ਕਹਿ ਰਿਹਾ ਏ ਮੈਨੂੰ ਜਾਣ ਦੇ, ਦਿਨ ਚੜ੍ਹਨ ਵਾਲਾ ਹੈ, ਮੈਨੂੰ ਜਾਣ ਦੇ। ਲੇਕਿਨ ਉਹ ਕਹਿ ਰਿਹਾ ਜਿੰਨੀ ਦੇਰ ਤੱਕ ਤੂੰ ਮੇਰੀ ਜ਼ਿੰਦਗੀ ਨਾ ਬਦਲੇ, ਮੇਰੇ ਪਾਪ ਨਾ ਮਾਫ करे, मेरे नाम ਨੂੰ ਚੇਂਜ ਨਾ करे, मेरे हालात ना बदले, उन्नी देर तक ਤੈਨੂੰ मैं जान देना नहीं है। और ਵੇਖਣ ਲਿਖਿਆ ਦੂਤ ਨੇ ਸੋਚਿਆ ਮੈਨੂੰ ਛੱਡ ਨਹੀਂ ਸਕਦਾ। ਇੱਕ ਇਨਸਾਨ ਦੂਸਰਾ ਕਿੱਦਾਂ ਘੋਲ ਕਰ ਸਕਦਾ ਹੈ, ਕਿੱਦਾਂ ਲੜ ਸਕਦਾ ਹੈ। ਲੇਕਿਨ ਇੱਕ ਪਿਆਸ ਸੀ ਕਿ ਅੱਜ ਮੈਂ ਆਪਣੇ ਗੁਨਾਹਾਂ ਨੂੰ ਇਹਦੇ ਕੋਲੋਂ ਮਾਫ ਕਰਵਾ ਕੇ ਛੱਡਣਾ ਹੈ। ਹਾਲੇਲੂਇਆ, ਕਰਵਾ ਕੇ ਛੱਡਣਾ ਹੈ। ਮੈਂ ਜਦ ਲੱਗਾ ਜਦ ਇਹਨੇ ਜਿੱਦ ਕੀਤੀ, ਦਿਨ ਚੜ੍ਹਨ ਵਾਲਾ ਸੀ, ਆਂਦੇ ਉਹਦੇ ਪੱਟ ਦੇ ਉੱਤੇ ਇੱਕ ਹੱਥ ਮਾਰਿਆ ਦੂਤ ਨੇ, ਔਰ ਉਹਦਾ ਜੋੜ ਹਿੱਲ ਗਿਆ, ਜਾਨੀ ਕਿ ਸੱਟ ਲੱਗ ਗਈ। ਯਾਕੂਬ ਨੂੰ ਕੀ ਲੱਗਿਆ ਜੀ? ਸੱਟ ਲੱਗ ਗਈ, ਜੋੜ ਹਿੱਲ ਗਿਆ। ਲੰਗੇਪਨ ਵੀ ਉਹਨੂੰ ਛੱਡਿਆ ਹੀ ਨਹੀਂ। ਹਾਲੇਲੂਇਆ। ਜਾਂਦੇ ਸਮੇਂ ਨੂੰ ਤਾਂ ਕੱਪੜਾ ਘੁੱਟ ਕੇ ਫੜ ਲਿਆ, ਲੰਗੜੇਪਨ ਦੇ ਨਾਲ ਵੀ ਅੱਗੇ ਤੁਰ ਕੇ ਗਿਆ ਮੈਂ ਤੈਨੂੰ ਛੱਡਣਾ ਨਹੀਂ ਹੈ। ਲੇਕਿਨ ਫਿਰ ਜਾਂਦੇ ਜਾਂਦੇ ਦੂਤ ਨੇ ਕੀ ਆਖਿਆ? ਅੱਗੇ ਪੜੋ। ਉਸਨੇ ਆਖਿਆ ਮੈਨੂੰ ਜਾਣ ਦੇ, ਦਿਨ ਚੜ ਗਿਆ ਹੈ। ਹਾਂ, ਮੈਂ ਤੈਨੂੰ ਨਹੀਂ ਜਾਣ ਦੇਵਾਂਗਾ। ਹਾਲੇਲੂਇਆ। ਮੈਂ ਤੈਨੂੰ ਨਹੀਂ ਛੱਡਾਂਗਾ ਜਿੰਨੀ ਦੇਰ ਤੱਕ ਤੂੰ ਮੈਨੂੰ ਐਸੀ ਪ੍ਰਾਰਥਨਾ ਕਰਦੇ ਹੋ। बस 5 मिनट की प्रार्थना है, 10 मिनट की प्रार्थना है, 2 बारी कहता, 4 बारी कहता, चलो जी रब केड़ा बोला है, रब साडी आवाज नहीं कर रहा जी। मैं कहना कि चित्त फड़ो, प्रार्थना करो, लगातार करो। एको बारी बीमारी दसन की लोड़ खुदा नूं, बाद में तुसीं चंगे होके गवाही दसोगे। हालेलुया। एक बारी बीमारी दसोगे, दूसरी बारी की दसोगे? गवाही दसोगे। खुदा ने मेरे हालातों की कीता जी बदले आए। मतलब क्या याकूब ने एक जिद फड़ी, एक प्यास रखी कि मैं तेनू जान नहीं देना। फिर उसने कहा तेरा नाम की है? याकूब कहता मेरा नाम की है? याकूब है। खुदा का दोस्त कहता आज तो तेरा नाम याकूब नहीं होगा, तेरा नाम इस्राएल होगा। हालेलुया। तेरा नाम इस्राएल होगा। तू पापी नहीं, तू बुरा नहीं, तू बरकत देने वाला होगा। हालेलुया। प्यारे भैन भाइयों, चाहे किन्ने भी बुरे हैं, जिन्ने भी पापी क्यों नहीं है, लेकिन यकी वर्गी प्यास बनाओ, याकूब वर्गी प्यास बनाओ। वह तीसरी उदाहरण यूना दे देश के विच जिहड़ा राजा सी, ओदे वर्गी प्यास बनाओ। जिस औरत की 17 साल तक कुख बंद सी, एक जिद फड़ी, जमीन पिटी गई और खुदा ने आवाज भी कर लिया जी, सुन लिया। हालेलुया। हन्ना वर्गी प्यास बनाओ, एक प्यास रख के खुदा नूं पकारोगे तो खुदा तुहाडे हालात जरूर बदलेगा। हालेलुया। कितने लोग विश्वास करते हैं? मैं तुहाडे लई प्रार्थना कर लिया है, तुसीं जिद कर रहे हो खुदा दे लई, जिद कर रहे हो, बोले जिद कर रहे हो, तुहाडा फैसला पक्का है। जे खुदा दे के तुहाडा फैसला पक्का है तो आइए इस प्रार्थना करिए। खुदा आज अपने फैसले बदले जा रहा है, खुदा आज तुहाडे हालातों में बदले जा रहा है अपने पक्के फैसले के नाल। ऐ प्रभु मेरा फैसला पक्का है, मैं आज खाली नहीं जाना, मैं आज बीमार नहीं जाना, मैं आज दुखी नहीं जाना। आज मेरा फैसला पक्का है, आज मेरा निर्णय पक्का है, आज मैं दुखी नहीं जाना, आज मैं हालातों जो नहीं जाना। मैं उन्नी देर तक तू नहीं छड़ना जिन्नी देर तक तू मेरी बरकत ना देवे, तू मेरी बरकत ना देवे, तू मेरी बरकत ना देवे। अपना फैसला पक्का करो। खुदा तुहाडे लई अजीबो चमत्कार कर जा रहा है। इत्थे ही, हुणे ही, इसे समय ही खुदा तुहाडी जिंदगी के हालात बदल जा रहा है। आइए घुटने पर होइए, प्रार्थना करिए। आइए घुटने पर बैठिए, प्रार्थना करिए। आइए बैठिए, प्रार्थना करिए। पूरा हमारा भाषा मैं प्रार्थना करो, एक दूसरे की प्रार्थना करो। जे तुहाडा फैसला पक्का है तो मैं नहीं जानता, खुदा जानता है। तुहाडे फैसले नूं खुदा जानता है। मिलके दुआ करो। परमेश्वर ने बड़ा फैसला बदल जा रहा है। ओ खुदा वादा पक्का है। खुदा वादा तेरा फैसले वाला जीवन पिता परमेश्वर, खुदा वादा प्रभु सदा ही बने रहे पिता परमेश्वर, तेरा धन्यवाद तेरी हजूरी जो बरकत लेने वाला पिता परमेश्वर, तेरा धन्यवाद, तेरा शुक्र है खुदा वादा प्रभु। अनुग्रहकारी पिता से वचन के मुताबिक जीवन गुजारो। यीशु मसीह के फैसला बदले। ओ खुदा दा तेरा धन्यवाद। आज तेरे लोग खाली ना जान, खाली ना जान, खाली ना जान। आज तेरे लोग खाली ना जान मेरे खुदा, आज तेरे लोग खाली ना जान मेरे खुदा। छोटे कद वाला देखो, थोड़ी पढ़ाई वाला देखो, पक्का फैसला करो। लूत वर्गे बढ़ो, लूत वर्गे बजाओ, लूत वर्गे बढ़ो, लूत वर्गे प्यासे हो जाओ, प्यासे हो जाओ। खुदाली प्यासे, खुदाली प्यासे, खुदाली प्यासे। मैं कहना खुदाली प्यासे हो जाओ, प्यासे हो जाओ।
देखे खुदा वाली पैसे परमेश्वर तेरा धन्यवाद अधिकार को चूदे यो हमारी पैसे हो जाओ चूदे खुदा वाली पैसे हो जाओ Hallelujah, hallelujah, hallelujah. यीशु 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 तेरा नाम क्या से